ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆਣਾ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਰਹਾਓ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਣ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਧਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ
ਜਹਰਾ ਜਹੂਰ ਸ਼ਬਦ ਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਗੁਰੂ ਸਵਾਰਿਓ ਤੋਂ ਆਪ ਜੀ ਸਰਵਣ ਕਰ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੇ ਮਹਲਾ ਪੰਜਵਾ, ਘਰ ਬਾਰਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਅੰਗ ਨੰਬਰ 683 ਅਤੇ 684 ਉੱਤੇ ਸਬਾਈਮਾਨ ਨੇ। ਘਰ 12ਵੇਂ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ। ਪ੍ਰਾਰੰਭਤਾ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਮੰਗਲਾਚਰਨ ਕੀਤਾ ਹੈ, ਜਿਹੜਾ ਇੱਕ ਹੈ, ਜਿਹੜਾ ਅਦੁੱਤੀ ਹੈ, ਉਹ ਜਿਹੜਾ ਓੰਕਾਰ ਹੈ, ਸਰਬ ਵਿਆਪੀ। ਐਸਾ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਬਚਨ ਦੇ ਰਾਹੀਂ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਔਰ ਪਹਿਲੀ ਪੰਕਤੀ ਰਹਾਉ ਦੀ ਪੰਕਤੀ ਹੈ, ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਔਰ ਜੇ ਇਹ ਵੀ ਕਹਿ ਲਈਏ ਕਿ ਕੇਵਲ ਸ਼ਬਦ ਦਾ ਕੇਂਦਰੀ ਭਾਵ ਨਹੀਂ, ਇਹ ਸਾਡੇ ਮਨੁੱਖਾ ਜੀਵਨ ਦਾ ਵੀ ਕੇਂਦਰੀ ਭਾਵ ਹੈ। ਔਰ ਜਿਹੜਾ ਜੀਵਨ ਇਸ ਪੰਕਤੀ ਨੂੰ ਕੇਂਦਰ ਬਣਾ ਕੇ, ਆਧਾਰ ਬਣਾ ਕੇ ਜੀਵਨ ਬਤੀਤ ਕਰੇ, ਤੇ ਸਤਿਗੁਰੂ ਜੀ ਕਿਰਪਾ ਕਰਕੇ ਫਿਰ ਸਮਝਾਉਂਦੇ ਨੇ, ਉਹ ਜੀਵਨ ਭਾਵੇਂ ਸਾਲ 2 ਸਾਲ ਦਾ ਹੋਵੇ, ਭਾਵੇਂ ਉਹ 90 ਸਾਲ ਦਾ ਹੋ ਜੇ, 100 ਸਾਲ ਦਾ ਹੋ ਜੇ, ਉਹ ਜੀਵਨ ਧੰਨ ਦੇ ਯੋਗ ਹੈ। ਉਹ ਜੀਵਨ ਇੱਕ ਇੱਕ ਸਵਾਸ, ਇੱਕ ਇੱਕ ਦਿਨ ਇਸ ਧਰਤੀ 'ਤੇ ਆਇਆ ਹੋਇਆ ਉਹਨਾਂ ਦਾ ਪ੍ਰਵਾਨ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਨਮਸਕਾਰ, ਜਿਹਨੂੰ ਆਪਾਂ ਕਹਿੰਦੇ ਮੱਥਾ ਟੇਕਣਾ। ਔਰ ਦੇਖੋ, ਮੱਥਾ ਟੇਕਣਾ ਕੇਵਲ ਸਰੀਰ ਕਰਕੇ ਨਹੀਂ, ਮੱਥਾ ਟੇਕਣ ਦਾ ਭਾਵ ਅਰਥ ਇਹ ਹੈ ਕਿ ਆਪਣੀ ਮੱਤ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਰੱਖ ਦਿੱਤੀ ਹੈ, ਕਿ ਜਿਹੜੇ ਮੱਤ ਦੇ ਵਿੱਚ ਬਿਲਕੁਲ ਹੀ ਸਮਝ ਨਹੀਂ, ਗਿਆਨ ਨਹੀਂ, ਤੇ ਕਿਰਪਾ ਕਰੋ ਹੁਣ ਤੁਹਾਡੀ ਮੱਤ ਲੈਣ ਵਾਸਤੇ ਆਇਆ। ਮੱਥਾ ਟੇਕਣ ਤੋਂ ਭਾਵ ਇਹ ਹੈ ਕਿ ਆਪਣਾ ਭਾਵ ਗੁਰੂ ਨੂੰ ਸਮਰਪਿਤ ਕਰ ਦੇਣਾ। ਹੁਣ ਸਭ ਤੋਂ ਪਹਿਲੋਂ ਬੰਦਨਾ ਨਮਸਕਾਰ ਹੈ। ਔਰ ਫਿਰ ਧੰਨ ਗੁਰੂ ਅਰਜਨ ਦੇਵ ਜੀ ਨਾਲ ਸਮਝਾਉਂਦੇ ਨੇ ਵੀ ਨਮਸਕਾਰ ਕਰਨੀ ਕਿਹਨੂੰ ਹੈ। ਬੰਦਨਾ ਹਰ ਬੰਦਨਾ, ਗੁਰੂ ਕੇ ਸਿੱਖ ਨੇ ਬੰਦਨਾ ਜੇ ਕਰਨੀ ਤੇ ਕੇਵਲ ਉਸ ਹਰੀ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ। ਹੁਣ ਦੇਖੋ, ਪਹਿਲਾ ਬਚਨ ਤੇ ਕਿ ਨਮਸਕਾਰ ਕਰਨੀ ਹੈ, ਔਰ ਕੇਵਲ ਰੱਬ ਨੂੰ, ਪਰਮੇਸ਼ਰ ਅਕਾਲ ਪੁਰਖ ਨੂੰ। ਤੇ ਨਾਲ ਹੀ ਰਹਾਉ ਦੇ ਪੰਕਤੀ ਵਿੱਚ ਫਿਰ ਦੂਸਰਾ ਬਚਨ ਕਿਹਾ ਕਿ ਗੁਰੂ ਕੇ ਸਿੱਖਾਂ ਕੇਵਲ ਨਮਸਕਾਰ ਹੀ ਨਹੀਂ ਕਰਨੀ, ਔਰ ਸਾਡੇ ਜੀਵਨ ਦਾ ਇਹ ਇੱਕ ਆਦਤ ਬਣ ਗਈ ਹੈ ਕਿ ਅਸੀਂ ਕੇਵਲ ਨਮਸਕਾਰ ਹੀ ਕਰਨੀ ਹੈ, ਗੁਰੂ ਦੀ ਗੱਲ ਤੇ ਮੰਨਣੀ ਕੋਈ ਨਹੀਂ। ਨਾ ਹੀ ਮੰਨਣ ਦਾ ਕਦੇ ਯਤਨ ਕੀਤਾ ਹੈ।
ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਇਕੱਲਾ ਨਮਸਕਾਰ ਕਰਕੇ ਨਾ ਚਲਾ ਜਾਈ, ਜੇ ਆਇਆ ਹੈ ਫਿਰ ਕਹਿੰਦੇ ਗੁਣ ਗਾਵੋ ਗੋਪਾਲ ਰਾਏ। ਇਸ ਸੰਸਾਰ ਤੇ ਆਇਆ ਹੈ ਤੇ ਉਸ ਧਰਤੀ ਦੇ ਪਾਲਕ ਗੋ ਧਰਤੀ ਤੇ ਪਾਲਕ ਉਸ ਗੋਪਾਲ ਦੇ ਗੁਣਾਂ ਨੂੰ ਵੀ ਗਾ, ਜਿਹਨੇ ਸੰਸਾਰ ਦੇ ਵਿੱਚ ਤੈਨੂੰ ਭੇਜਿਆ ਹੈ। ਇਹ ਮਨੁੱਖਾ ਦੇ ਹੀ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ, ਬੜੀ ਕੀਮਤੀ ਹੈ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਬੜਾ ਕੀਮਤੀ ਹੈ। ਗੁਰਮੁਖ ਨੇ, ਵੱਡੇ ਭਾਗਾਂ ਵਾਲੇ ਨੇ ਇਹ ਜੀਵਨ, ਇਹ ਸਰੀਰ ਮਿਲਿਆ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਸ ਸਰੀਰ ਦੇ ਵਿੱਚ ਰਹਿ ਕੇ ਇਹ ਕੰਮ ਕਰ। ਇੱਕ ਤਾਂ ਉਸ ਪਰਿਪੂਰਨ ਪਰਮਾਤਮਾ ਨੂੰ ਨਮਸਕਾਰ ਕਰਨੀ ਹੈ ਤੇ ਦੂਸਰਾ ਉਹਦੇ ਗੁਣਾਂ ਨੂੰ ਗਾਉਣਾ ਹੈ। ਕਿਉਂਕਿ ਦੁਨੀਆ ਦੇ ਵਿੱਚ ਜਦੋਂ ਨਿਗਾਹ ਮਾਰੀਏ ਔਰ ਜੇ ਦੂਜਿਆਂ ਦੀ ਗੱਲ ਨਾ ਵੀ ਕਰੀਏ, ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਔਰ ਫਿਰ ਬੇਨਤੀ ਕਰਦੇ ਅਖਵਾਉਂਦੇ ਨੇ, ਅਸਲ ਵਿੱਚ ਹੈ ਨਹੀਂ। ਕਿਉਂਕਿ ਗੁਰੂ ਨੂੰ ਛੱਡ ਕੇ ਦੂਸਰੇ ਪਾਸੇ ਤੇ ਫਿਰ ਉਹ ਹੀ ਜਾਏਗਾ ਨਾ ਜਿਹਦੇ ਅੰਦਰ ਸਿੱਖੀ ਨਹੀਂ। ਪਹਿਰਾਵਾ ਸਿੱਖਾਂ ਵਾਲਾ ਜ਼ਰੂਰ ਹੈ, ਪਰ ਇੱਕ ਨੂੰ ਛੱਡ ਕੇ ਜੇ ਕਿਸੇ ਹੋਰ ਦੇ ਕੋਲ ਜਾਣ, ਔਰ ਬਹੁਤੀ ਜਿਹੜੀ ਭੀੜ ਹੈ ਉਹ ਡੇਰਿਆਂ ਤੇ ਲੱਗੀ ਹੁੰਦੀ, ਬਾਬਿਆਂ ਦੇ ਡੇਰੇ। ਆਪਾਂ ਸ਼ਬਦ ਵੀ ਵਰਤਦੇ ਡੇਰਾ, ਔਰ ਕਿਤੇ ਨਾ ਕਿਤੇ ਭੁਲੇਖਾ ਵੀ ਖਾ ਜਾਂਦੇ ਕਿ ਇਹ ਗੁਰਦੁਆਰਾ ਹੈ। ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ। ਅੱਜ ਇੱਕ ਤੇ ਸਮਝਾਉਂਦੇ ਨੇ ਨਮਸਕਾਰ ਕਰਨੀ ਕੇਵਲ ਅਕਾਲ ਪੁਰਖ ਨੂੰ, ਦੂਸਰਾ ਭਰੋਸਾ ਰੱਖ ਕੇ ਗੁਣਾਂ ਨੂੰ ਗਾਉਣਾ ਹੈ। ਤੇ ਜੇ ਭਰੋਸਾ ਹੀ ਨਹੀਂ, ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਮਨੁੱਖ ਨੂੰ, ਦੇਹਧਾਰੀ ਨੂੰ ਮੱਥੇ ਟੇਕੇ ਉਹਦੇ ਤੇ ਭਰੋਸਾ ਰੱਖੇ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਫਿਰ ਵੀ ਸਾਨੂੰ ਸਮਝਾਇਆ ਵੀ ਉਹ ਰੱਖਿਆ ਹੋਇਆ ਭਰੋਸਾ, ਮਨੁੱਖ ਤੇ ਰੱਖੀ ਹੋਈ ਟੇਕ ਤੇਰੇ ਕਿਸੇ ਕੰਮ ਨਹੀਂ, ਨਾ ਹੀ ਕੰਮ ਆ ਸਕਦੀ ਹੈ। ਸਤਿਗੁਰੂ ਦਾ ਪਾਵਨ ਬਚਨ ਹੈ, ਮਨੁੱਖ ਕੇ ਟੇਕ ਬਿਰਥੇ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਹੁਣ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਨੁੱਖ ਦੀ ਟੇਕ ਬਿਲਕੁਲ ਵਿਅਰਥ ਹੈ। ਦੇਣ ਵਾਲਾ ਕੇਵਲ ਇੱਕ ਰੱਬ, ਔਰ ਡੇਰਿਆਂ ਤੇ ਭੀੜ ਕਾਹਦੇ ਤੋਂ ਹੈ ਜੀ? ਕਿਸੇ ਨਾ ਕਿਸੇ ਲਾਲਚ ਕਰਕੇ ਹੈ ਨਾ, ਕਿ ਸ਼ਾਇਦ ਉੱਥੇ ਜਾ ਕੇ ਜ਼ਿਆਦਾ ਕੁਛ ਮਿਲਦਾ ਹੈ। ਲਾਲਚ ਭਾਵੇਂ ਲੰਗਰ ਦਾ ਹੀ ਕਿਉਂ ਨਾ ਹੋਵੇ, ਕਿ ਕਿਸੇ ਡੇਰੇ ਤੇ ਲੰਗਰ ਬੜਾ ਸੋਹਣਾ ਬਣਦਾ ਹੈ, ਦੇਸੀ ਘਿਓ ਦਾ ਬਣਦਾ ਹੈ, ਕਿਤੇ ਜਲੇਬੀਆਂ ਬਣਦੀਆਂ ਨੇ, ਇਸ ਕਰਕੇ ਭੀੜ ਹੈ। ਔਰ ਕਿਸੇ ਨੂੰ ਲਾਲਚ ਹੋਰ ਵੀ ਕਈ ਤਰ੍ਹਾਂ ਦੇ ਨੇ, ਕਿ ਸ਼ਾਇਦ ਇੱਥੋਂ ਡੇਰੇ ਤੋਂ ਜਾਂ ਇਹ ਬਾਬਾ ਜਿਹੜਾ ਹੈ ਸਾਨੂੰ ਪੁੱਤ ਵੀ ਦੇ ਦੇਗਾ। ਸਤਿਗੁਰੂ ਜਿਹੜੀ ਕਿਰਪਾ ਕੀਤੀ, ਨਹੀਂ ਭਾਈ, ਮਨੁੱਖ ਦੀ ਟੇਕ ਬਿਲਕੁਲ ਵਿਅਰਥ ਹੈ। ਔਰ ਜਿਹੜੇ ਡੇਰਿਆਂ ਦੇ ਭੀੜ ਲੱਗ ਗਏ ਸੀ, ਕਿਹੜਾ ਵਿਚਾਰਿਆ ਕਿ ਹੈ ਤੇ ਵੀ ਬੰਦਾ ਹੀ ਨਾ, ਮਨੁੱਖ ਹੀ। ਬੇਸ਼ੱਕ ਹੋ ਸਕਦਾ ਉਹਦੀ ਬੰਦਗੀ ਹੋਵੇ, ਸਿਮਰਨ ਕਰਦਾ ਵੀ ਹੋਵੇ, ਪਰ ਹੈ ਤੇ ਮਨੁੱਖ ਹੀ ਨਾ। ਔਰ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨੂੰ ਨਹੀਂ ਪਈ। ਮਨੁੱਖ ਦੀ ਟੇਕ ਜੇ ਬਿਰਥੀ ਹੈ ਤੇ ਕੇਵਲ ਜੇ ਸਿਮਰਨਾ ਹੈ, ਗੁਰੂ ਸਾਹਿਬ ਜੀ ਅੱਜ ਕਹਿੰਦੇ ਨੇ ਹਰ ਬੰਦਨਾ, ਹਰੇ ਨੂੰ, ਰੱਬ ਨੂੰ ਜਾਂ ਗੁਰੂ ਨੂੰ ਕਰ। ਉੱਥੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਸਮਝਾਇਆ ਵੀ, ਕਹਿੰਦੇ ਸਾਹਿਬ ਮੇਰਾ ਸਦਾ ਹੈ, ਵੀ ਨਮਸਕਾਰ ਉਹਨੂੰ ਕਰਨੀ ਜਿਹਨੇ ਸਦਾ ਰਹਿਣਾ ਹੈ। ਕਿਉਂਕਿ ਦੇਹ ਧਾਰੇ ਨੇ ਅੱਜ ਨਹੀਂ ਤੇ ਕੱਲ੍ਹ ਨੂੰ ਉਹਨੇ ਮਰ ਖੱਪ ਜਾਣਾ ਹੈ। ਪੰਜ ਭੌਤਿਕ ਸਰੀਰ ਹੈ, ਉਹ ਸਦਾ ਨਹੀਂ ਰਹਿਣਾ। ਪਰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੋ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਉਸ ਪਰਮੇਸ਼ਰ ਨੂੰ ਬੰਦਨਾ ਕਰ ਜਿਹੜਾ ਸਦਾ ਹੀ ਹੈ ਔਰ ਜਿਹੜਾ ਸਦਾ ਹੀ ਹਾਜ਼ਰ ਨਾਜ਼ਰ ਹੈ। ਸਤਿਗੁਰੂ ਦਾ ਪਾਵਨ ਬਚਨ ਹੈ, ਸਾਹਿਬ ਮੇਰਾ ਸਦਾ ਹੈ। ਤੇ ਜੇ ਸਵਾਲ ਕੀਤਾ ਜੇ ਧੰਨ ਗੁਰੂ ਅਮਰਦਾਸ ਜੀ, ਕਿਉਂਕਿ ਦੁਨੀਆ ਦੇ ਲੋਕ ਨਮਸਕਾਰਾਂ ਇਸ ਕਰਕੇ ਕਰਦੇ ਨੇ ਡੇਰਿਆਂ ਤੇ ਜਾ ਕੇ, ਉਹਨਾਂ ਨੂੰ ਦਿਸਦਾ ਹੈ, ਬੜਾ ਕੁਛ ਦਿਸਦਾ ਹੈ, ਲੰਗਰ ਵੀ ਦਿਸਦਾ, ਬਾਬਾ ਵੀ ਚਿੱਟਾ ਚੋਲਾ ਪਾਇਆ ਹੋਇਆ ਬੜਾ ਸੋਹਣਾ ਲੱਗਦਾ ਹੈ। ਤੇ ਜਿਹੜਾ ਸਾਹਿਬ ਤੁਸੀਂ ਕਹਿੰਦੇ ਹੋ ਸਦਾ ਹੀ ਹੈ, ਫਿਰ ਉਹ ਸਾਨੂੰ ਕਿਉਂ ਨਹੀਂ ਦਿਸਦਾ?
ਜਿਹੜਾ ਹਾਜ਼ਰ ਨਾਜ਼ਰ ਹਲਵੇ ਨਾਲ ਹੈ ਉਹ ਸਾਨੂੰ ਨਜ਼ਰ ਕਿਉਂ ਨਹੀਂ ਹੁੰਦਾ? ਕਿਉਂਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿੱਖਾ ਤੂੰ ਕਦੇ ਵੇਖਣ ਦਾ ਯਤਨ ਕੀਤਾ ਹੀ ਨਹੀਂ, ਹੈ ਤੇ ਤੇਰੇ ਨਾਲ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 550 ਸਾਲ ਪਹਿਲੋਂ ਆਏ, ਉਹ ਆ ਕੇ ਕਿਤੇ ਚਲੇ ਥੋੜ੍ਹੀ ਗਏ ਨੇ, ਉੱਤੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਨੇ। ਕਿਉਂਕਿ ਜਿਹੜਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿ ਕੇ ਗਏ, ਉਹਦੇ ਸ਼ਬਦ ਹੈ, ਗੁਰੂ ਦਾ ਗਿਆਨ ਹੈ। ਔਰ ਧੰਨ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਉਹ ਤਾਂ ਸਦਾ ਹੀ ਹੈ ਔਰ ਦਿਸੇਗਾ ਵੀ। ਸਤਿਗੁਰੂ ਕਹਿੰਦੇ ਨੇ, ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਸ਼ਬਦ ਦੀ ਕਮਾਈ ਕਰ ਖੋਜ, ਪੜ੍ਹਦਾ ਰੋਜ਼ ਹੈ, ਦੋਹਰਾ ਸੇ ਰੋਜ਼ ਹੀ ਪੜ੍ਹਦੇ ਹਾਂ ਕਿ ਜੋ ਪ੍ਰਭ ਕੋ ਮਿਲਬੋ ਚਾਹੇ, ਜੇ ਰੱਬ ਨੂੰ ਮਿਲਣਾ ਚਾਹੁੰਦਾ ਹੈ, ਖੋਜ ਸ਼ਬਦ ਮੈਂ ਲੈ। ਦੋਹਰਾ ਰੋਜ਼ ਹੀ ਪੜ੍ਹਦੇ ਆਪਾਂ ਸਾਰੇ ਜੀ। ਪਰ ਜਿੰਨੇ ਕੋਈ ਆਪਾਂ ਸੁਣ ਰਹੇ ਹਾਂ, ਬੈਠੇ ਹਾਂ, ਕਿੰਨਾ ਕੁ ਖੋਜਿਆ ਹੈ ਜਾਂ ਕਿੰਨਾ ਕੁ ਖੋਜਣ ਦਾ ਯਤਨ ਕੀਤਾ ਹੈ? ਦੇਖੋ, ਸਾਨੂੰ ਬੜੀ ਇੱਕ ਹਾਸੋਹੀਣੀ ਵੀ ਗੱਲ ਹੈ, ਤਰਸ ਵੀ ਆਉਂਦਾ ਔਰ ਹਾਸਾ ਵੀ ਆਉਂਦਾ ਹੈ ਸਾਡੀ ਹਾਲਤ 'ਤੇ। ਦੁਨੀਆ ਦੇ ਵਿੱਚ ਲੋਕਾਂ ਦੇ ਕੋਲ ਪੈਸਾ ਹੋਵੇ ਤੇ ਉਸ ਪੈਸੇ ਦੇ ਨਾਲ ਉਹ ਨੌਕਰ ਚਾਕਰ ਰੱਖਦੇ ਨੇ ਕਿ ਘਰ ਦਾ ਹਰ ਕੰਮ ਚਲੋ ਨੌਕਰ ਕਰੇ, ਜੇ ਹੈ ਤੇ ਰੱਖਣ 'ਚ ਹਰਜ ਵੀ ਕੋਈ ਨਹੀਂ, ਹਰ ਕੰਮ ਨੌਕਰ ਕਰੇ। ਔਰ ਜਦੋਂ ਬੰਦੇ ਨੇ ਰੋਟੀ ਖਾਣੀ ਹੈ, ਭੁੱਖ ਲੱਗੀ ਹੈ ਜਾਂ ਪਿਆਸ ਲੱਗੀ ਹੈ, ਉਦੋਂ ਕਦੇ ਕਿਸੇ ਨੇ ਇਹ ਤਾਂ ਨਹੀਂ ਨਾ ਕਿਹਾ ਕਿ ਮੇਰੇ ਥਾਂ 'ਤੇ ਨੌਕਰ ਖਾ ਲਈ, ਮੈਂ ਰੱਜ ਜਾਵਾਂਗਾ। ਉਹ ਤਾਂ ਆਪ ਹੀ ਖਾਣੀ ਪੈਂਦੀ ਹੈ ਨਾ, ਤਾਂ ਹੀ ਭੁੱਖ ਮਰੇਗੀ। ਪਾਣੀ ਪੀਵਾਂਗੇ ਤੇ ਪਿਆਸ ਜਾਏਗੀ ਤਾਂ। ਦੇਖੋ, ਇਹ ਤਨ ਦੀ ਭੁੱਖ ਹੈ ਪ੍ਰਸ਼ਾਦਾ ਪਾਣੀ, ਪਰ ਆਤਮਾ ਦੀ ਖੁਰਾਕ ਹੈ ਗੁਰੂ ਦੀ ਬਾਣੀ। ਇਹ ਤ੍ਰਿਪਤੀ ਆਏਗੀ ਤਾਂ ਹੀ ਜਦੋਂ ਇਹਨੂੰ ਆਪ ਛਕਾਂਗੇ, ਆਪ ਪੜ੍ਹਾਂਗੇ ਜਾਂ ਸੁਣਾਂਗੇ। ਔਰ ਬੰਦੇ ਨੇ ਉਹ ਬਾਹਰ ਵਾਲੀ ਜਿਹੜੀ ਆਦਤ ਹੈ ਕਿਤੇ ਨਾ ਕਿਤੇ ਇੱਥੇ ਵੀ ਪਾ ਲਈ ਕਿ ਜੇ ਬਾਹਰ ਬੰਦੇ ਰੱਖੇ ਨੇ ਕੰਮ ਕਰਨ ਲਈ, ਇਸ ਕੰਮ ਲਈ ਵੀ ਬੰਦੇ ਰੱਖ ਲਓ। ਔਰ ਖਿਮਾ ਕਰਨਾ, ਇਹ ਬੇਨਤੀ ਕਈ ਵਾਰੀ ਕੀਤੀ, ਭਾਵੇਂ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਗੁਰੂ ਕੇ ਵਜ਼ੀਰ ਨੇ, ਗ੍ਰੰਥੀ ਸਿੰਘ ਵਾਲੀ ਸ਼ਬਦ ਤੇ ਵਰਤੇ ਜਾਂਦੇ ਨੇ, ਪਰ ਉੱਤੋਂ ਵਰਤੇ ਜਾਂਦੇ ਨੇ। ਹੋ ਸਕਦਾ ਆਮ ਸਿੱਖ ਸੰਗਤਾਂ ਨੂੰ ਲੱਗਦਾ ਵੀ ਹੋਵੇ ਕਿ ਸੱਚਮੁੱਚ ਹੀ ਵਜ਼ੀਰ ਨੇ, ਪਰ ਪ੍ਰਬੰਧਕਾਂ ਦੀ ਨਿਗਾਹ ਦੇ ਹਿਸਾਬ ਨਾਲ ਦੇਖੋ ਹੈ ਸੀ ਉਹਨਾਂ ਦੇ ਨੌਕਰ ਹੀ, ਉਹਨਾਂ ਨੇ ਨੌਕਰ ਬਣਾ ਕੇ ਰੱਖਿਆ ਹੈ। ਔਰ ਕਿਤੇ ਨਾ ਕਿਤੇ ਬੰਦਾ ਚਾਹੁੰਦਾ ਹੈ, ਘਰਾਂ ਦੇ ਵਿੱਚ ਵੀ ਰੱਖੇ ਨੇ ਕਿ ਸਹਿਜ ਪਾਠ ਮਹੀਨੇ 'ਚ ਇੱਕ ਭੋਗ ਪਾਉਣਾ, ਬਹੁਤ ਸਾਰੇ ਨੇ, ਪਰ ਅੰਦਰ ਵਿਚਾਰ ਕਿਹੜੀ ਹੈ ਕਿ ਤੁਸੀਂ ਪਾਠ ਰੱਖੇ ਜੋ, ਭੋਗ ਪਾਈ ਜੋ, ਪੜ੍ਹੀ ਜੋ, ਇਹਦਾ ਫਲ ਸਾਨੂੰ ਮਿਲ ਜੇ। ਜਿਵੇਂ ਨੌਕਰ ਬਾਹਰ ਰੱਖੇ ਨੇ, ਹੁਣ ਨੌਕਰ ਸ਼ਬਦ ਤੇ ਨਹੀਂ ਵਰਤਦੇ, ਪਰ ਭਾਵ ਅਰਥ ਤੇ ਹੀ ਬਣਦਾ ਹੈ ਕਿ ਤੁਸੀਂ ਪੜ੍ਹੀ ਜੋ, ਫਲ ਸਾਨੂੰ ਮਿਲ ਜੇ। ਦੇਖੋ, ਗ੍ਰੰਥੀ ਸਿੰਘ ਕਿਸੇ ਨੇ ਰੱਖਣਾ ਹੋਵੇ ਮਾੜੀ ਗੱਲ ਨਹੀਂ, ਪਰ ਰੱਖ ਕੇ ਘੱਟੋ ਘੱਟ ਉਹਦੀ ਸੰਥਿਆ ਲੈਣ ਵਾਸਤੇ ਰੱਖਿਆ ਹੋਵੇ ਫਿਰ ਤਾਂ ਠੀਕ ਹੈ, ਸਤਿਕਾਰ ਦੇ ਨਾਲ ਰੱਖਿਆ, ਉਹ ਸੰਥਿਆ ਦਿੰਦਾ, ਬੱਚਿਆਂ ਨੂੰ ਦਿੰਦਾ, ਤੁਹਾਨੂੰ ਪੜ੍ਹਾਉਂਦਾ ਹੈ। ਪਰ ਜੇ ਕੇਵਲ ਇੱਕ ਬੰਦਾ ਹੀ ਸਮਝ ਕੇ ਰੱਖ ਲਿਆ, ਜਿਵੇਂ ਦੂਜੇ ਨੌਕਰ ਰੱਖੇ ਨੇ, ਫਿਰ ਤੇ ਵੀ ਕੰਮ ਹੈ ਕਿ ਇੱਥੇ ਵੀ ਨੌਕਰ ਹੀ ਰੱਖ ਲਿਆ, ਪਰ ਹੱਥ ਜੋੜ ਕੇ ਉੱਤੋਂ ਸਤਿਕਾਰ ਵੀ ਕਰੀ ਹੋਣਾ, ਪੜ੍ਹੇ ਤੁਸੀਂ ਜਾਓ ਤੇ ਫਲ ਸਾਨੂੰ ਮਿਲ ਜੇ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ, ਉਹ ਪਰਮੇਸ਼ਰ ਮੇਰਾ ਗੁਰੂ ਸਦਾ ਹੀ ਹੈ ਭਾਈ, ਲੱਭੇਗਾ ਵੀ, ਮਿਲੇਗਾ ਵੀ, ਦਿਸੇਗਾ ਵੀ, ਪਰ ਇਹ ਛਕੜਾ ਤੈਨੂੰ ਆਪ ਹੀ ਪੈਣਾ, ਮਿਹਨਤ ਆਪ ਹੀ ਕਰਨੀ ਪੈਣੀ ਹੈ। ਉਹ ਮਿਹਨਤ ਪੜ੍ਹ ਕੇ ਕਰ, ਵਿਚਾਰ ਕੇ ਕਰ, ਸੁਣ ਕੇ ਕਰ, ਜੋ ਗੁਰੂ ਕਹਿੰਦਾ ਉਹਨੂੰ ਕਮਾਉਣਾ ਪਏਗਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਉਹ ਹਾਣੀ ਕਦੇ ਨਾਹੀ, ਨਾ ਆਵੇ ਨਾ ਜਾਏ। ਉਹ ਹਾਣੀ ਕਹਿੰਦੇ ਨੇ ਜਿਹਨੇ ਖਤਮ ਹੋ ਜਾਣਾ ਹੈ, ਉਹ ਹਾਣੀ ਕਦੇ ਨਾਹੀ, ਪਰ ਉਹਨੇ ਕਦੇ ਖਤਮ ਨਹੀਂ ਹੋਣਾ, ਜਿਹੜਾ ਮੇਰਾ ਸਾਹਿਬ ਹੈ। ਕਿਉਂਕਿ ਜਿਹਦਾ ਜਨਮ ਹੀ ਨਹੀਂ ਹੋਇਆ, ਉਹਨੇ ਖਤਮ ਕਿੱਥੋਂ ਹੋਣਾ? ਉਹ ਨਾ ਜਨਮਦਾ ਹੈ ਨਾ ਮਰਦਾ ਹੈ, ਉਹ ਨਾ ਆਵੇ ਨਾ ਜਾਏ,
ਹੁਣ ਸਤਿਗੁਰੂ ਜੀ ਕਹਿੰਦੇ ਨੇ ਬੰਦਨਾ ਕਰਨੀ ਤੇ ਉਸ ਹਰੀ ਨੂੰ ਕਰਨੀ ਹੈ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਉਹ ਓਹਾਣੀ ਕਦੇ ਨਾਹੀ ਨਾ ਆਵੈ ਨਾ ਜਾਏ। ਸਤਿਗੁਰੂ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਿਆ ਸਮਾਏ। ਉਸ ਹਰੀ ਨੂੰ ਬੰਦਨਾ ਵੀ ਕਰਨੀ ਹੈ ਤੇ ਸਿਮਰਨ ਵੀ ਕਰਨਾ ਹੈ, ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਨਾਲ ਹੀ ਕਹਿੰਦੇ ਨੇ ਅਵਰ ਦੂਜਾ ਕਿਉਂ ਸੇਵੀਐ, ਜੋ ਜੰਮੈ ਤੈ ਮਰ ਜਾਏ। ਭਾਈ ਸਿੱਖਾ ਹੋਰ ਕਿਸੇ ਦੇ ਪਿੱਛੇ ਭੁੱਲ ਕੇ ਨਾ ਜਾਈ, ਕਿਉਂਕਿ ਉਹਨੇ ਮਰ ਜਾਣਾ ਹੈ। ਜਿਹੜਾ ਜੰਮਿਆ ਉਹਨੇ ਤਾਂ ਮਰਨਾ ਹੈ। ਔਰ ਦੇਹ ਧਾਰੀ ਨੂੰ ਭੁੱਲ ਕੇ ਨਾ ਮੰਨੀ ਕਿਤੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਔਰ ਬਾਰ-ਬਾਰ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਸੇ ਢੰਗ ਨਾਲ ਸਮਝ ਪੈ ਜੇ। ਹੁਣ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਬਾਬਾ ਕਬੀਰ ਜੀ ਨੇ ਸਾਨੂੰ ਸਮਝਾਇਆ, ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਦੂਜੇ ਨੂੰ ਨਾ ਸੇਵੀ। ਤੇ ਦੂਜਿਆਂ ਦੇ ਕੋਲ ਬੰਦਾ ਜ਼ਿਆਦਾ ਜਾਂਦਾ ਅਸਲ ਵਿੱਚ ਉਦੋਂ ਹੈ ਜਦੋਂ ਕੋਈ ਨਾ ਕੋਈ ਲਾਲਚ ਹੋਵੇ। ਲੱਗਦਾ ਹੋਵੇ ਕਿ ਸ਼ਾਇਦ ਇੱਥੋਂ ਪੁੱਤਰ ਮਿਲੇਗਾ, ਇੱਥੋਂ ਧੀ ਮਿਲੇਗੀ। ਧੀ ਤੇ ਵੈਸੇ ਖਿਮਾ ਕਰਨਾ ਲੋਕ ਘੱਟ ਹੀ ਮੰਗਦੇ ਨੇ। ਅੱਜ ਭਾਵੇਂ ਚਲੋ ਕੁਝ ਜਾਗਰੂਕਤਾ ਆਈ ਹੈ, ਧੀ ਨੂੰ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਬਰਾਬਰਤਾ ਦੇਣ ਦਾ ਯਤਨ ਅਸੀਂ ਕਰ ਰਹੇ ਹਾਂ ਕਿ ਇੱਥੋਂ ਧੀ ਮਿਲੇਗੀ ਜਾਂ ਪੁੱਤਰ ਮਿਲੇਗਾ, ਇਸ ਲਾਲਚ ਕਰਕੇ ਜਾਣਾ ਹੈ। ਔਰ ਜਿਹੜਾ ਲਾਲਚ ਹੁੰਦਾ ਬੁਰਾ ਹੈ। ਇਹ ਮੁਹਾਵਰਾ ਤਾਂ ਆਪਾਂ ਜਾਣਦੇ ਕਿ ਲਾਲਚ ਬੁਰੀ ਬਲਾ ਹੈ। ਔਰ ਅਸੀਂ ਜਿੰਨੇ ਕੁ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਕੁਝ ਮੇਲ ਵਰਤਨ ਹੈ, ਡੇਰਿਆਂ 'ਤੇ ਜਾਂਦੇ ਨੇ ਲਾਲਚ ਕਰਕੇ। ਔਰ ਇੰਨੇ ਬੁਰੇ ਬਲਾ ਲਾਲਚ ਸਮਝ ਵੀ ਲੱਗ ਗਏ ਕਿ ਸਾਨੂੰ ਤਾਂ 10 ਸਾਲ ਹੋ ਗਏ ਜਾਂਦੇ ਨੂੰ, ਮਿਲਿਆ ਤਾਂ ਕੱਖ ਵੀ ਨਹੀਂ, ਕਿਉਂਕਿ ਅੰਦਰ ਤੇ ਸ਼ਾਂਤੀ ਆਈ ਨਹੀਂ। ਬਸ ਇਹਨਾਂ ਕੋ ਲਾਲਚ ਜ਼ਰੂਰ ਹੈ ਕਿ ਉੱਥੇ ਜਾਈਦਾ ਪ੍ਰਸ਼ਾਦਾ ਚੰਗਾ ਮਿਲ ਜਾਂਦਾ ਹੈ। ਜੇ ਸਮਝ ਵੀ ਆ ਗਈ ਤੇ ਫਿਰ ਨਾਲ ਦੇ ਨੂੰ ਥੋੜ੍ਹੀ ਦੱਸਣਾ ਕਿ ਕੋਈ ਫਾਇਦਾ ਨਹੀਂ। ਲਾਲਚ ਇਹਨਾਂ ਬੁਰਾ। ਬਾਬਾ ਕਬੀਰ ਜੀ ਨੇ ਇੱਕ ਉਦਾਹਰਨ ਵੀ ਦਿੱਤੀ, ਕਹਿੰਦੇ ਇਹ ਲਾਲਚ ਇੰਨਾ ਬੁਰਾ ਹੈ ਜਿਵੇਂ ਇੱਕ ਬਾਂਦਰ, ਮਦਾਰੀ ਜਦੋਂ ਨੂੰ ਬਾਂਦਰ ਨੂੰ ਫੜਨਾ ਹੁੰਦਾ ਹੈ, ਪੂਰੇ ਕੁੱਜੇ 'ਚੋਂ ਦਾਣੇ ਪਾ ਕੇ, ਛੋਲੇ ਪਾ ਕੇ ਖਾਸ ਕਰਕੇ ਰੱਖਦੇ ਨੇ ਕਿ ਕੁੱਜੇ ਨੂੰ ਧਰਤੀ ਦੇ ਵਿੱਚ ਦਬਾ ਕੇ, ਕੁੱਜੇ ਦਾ ਹੱਥ ਉਹਨਾਂ ਨੂੰ ਪਤਾ ਹੈ ਕਿ ਇੰਨਾ ਕੁ ਜਿਹੜਾ ਬਾਂਦਰ ਦੀ ਮੁੱਠੀ ਬੰਦ ਕਰਨ ਤੋਂ ਬਾਅਦ ਬਾਹਰ ਨਾ ਨਿਕਲੇ, ਖੁੱਲ੍ਹਾ ਹੱਥ ਦੇ ਵਿੱਚ ਪੈ ਜਾਂਦਾ ਹੈ। ਔਰ ਬਾਂਦਰ ਨੂੰ ਲਾਲਚ ਇੰਨਾ ਕਿ ਛੋਲਿਆਂ ਦੀ ਮੁੱਠੀ ਭਰ ਲਈ, ਉਹ ਮੁੱਠੀ ਜਦੋਂ ਬਾਹਰ ਕੱਢਦਾ ਤੇ ਛੋਲੇ ਵਿੱਚੋਂ ਡਿੱਗਦੇ ਨੇ, ਹੱਥ 'ਚ ਕੁਝ ਵੀ ਨਹੀਂ ਹੁੰਦਾ। ਫਿਰ ਵਿੱਚ ਪਾਉਂਦਾ, ਮੁੱਠੀ ਭਰਦਾ ਹੈ ਪਰ ਮੁੱਠੀ ਬਾਹਰ ਨਹੀਂ ਨਿਕਲਦੀ। ਉਹ ਆਪਣੀਆਂ ਇਹਨਾਂ ਖੇਡਾਂ ਵਿੱਚ, ਲਾਲਚ ਵਿੱਚ ਲੱਗਾ, ਕਿਉਂਕਿ ਬਾਂਦਰ ਤੇ ਜਾਨਵਰ ਉਹਨੂੰ ਤਾਂ ਸਮਝ ਨਹੀਂ। ਔਰ ਬਾਬਾ ਕਬੀਰ ਜੀ ਨੇ ਇਹ ਉਦਾਹਰਣ ਦਿੱਤੇ, ਕੇਵਲ ਬਾਂਦਰ ਨੂੰ ਥੋੜ੍ਹੀ ਸਮਝਾਇਆ ਤੇ ਸਾਨੂੰ ਹੀ, ਕਿ ਲਾਲਚ ਇਸ ਤਰ੍ਹਾਂ ਦਾ ਹੈ। ਕਹਿੰਦੇ ਇੱਕ ਬਾਂਦਰ 4 ਕੁ ਦਾਣਿਆਂ ਦੇ ਪਿੱਛੇ ਇੰਨਾ ਕੁ ਲਾਲਚੀ ਹੋਇਆ ਕਿ ਮਦਾਰੀ ਨੇ ਫੜ ਲਿਆ। ਜਿਹੜਾ ਖੁੱਲ੍ਹਾ ਘੁੰਮਦਾ ਸੀ, ਫਲਾਂ ਨੂੰ ਖਾਂਦਾ ਸੀ, ਜਿੱਥੇ ਮਰਜ਼ੀ ਜਾਂਦਾ ਸੀ, ਉਹਨੂੰ ਫੜ ਕੇ ਘਰ ਘਰ ਦੇ ਵਿੱਚ ਨਚਾ ਕੇ, ਮਦਾਰੀ ਪੈਸੇ ਕਮਾਉਂਦਾ, ਉਹਨੂੰ ਨੱਚਣਾ ਪੈਂਦਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਕਿਤੇ ਨਾ ਕਿਤੇ ਸਾਡੀ ਹਾਲਤ ਉਸ ਮਦਾਰੀ ਦੇ, ਉਸ ਬਾਂਦਰ ਵਰਗੀ ਹੈ, ਜਿਹੜਾ ਲਾਲਚ ਦੇ ਵਿੱਚ ਕਿਸੇ ਦੂਸਰੇ ਕੋਲ ਜਾਂਦਾ ਹੈ। ਉੱਥੇ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਿਹਾ, ਕਹਿੰਦੇ ਮਰਕਟ ਮੁਸ਼ਟੀ ਅਨਾਜ ਕੇ ਮਨ ਬਉਰਾ ਰੇ। ਮਰਕਟ ਬਾਂਦਰ, ਮੁਸ਼ਟੀ ਇੱਕ ਮੁੱਠ ਅਨਾਜ ਦੀ। ਮਰਕਟ ਮੁਸ਼ਟੀ ਅਨਾਜ ਕੇ ਮਨ ਬਉਰਾ ਰੇ, ਲੀਨੇ ਹਾਥ ਪਸਾਰ ਛੁੱਟਣ ਕੋ ਸੰਸਾ ਪਰਿਆ ਮਨ ਬਉਰਾ ਰੇ। ਹੁਣ ਛੁੱਟਣਾ ਵੀ ਚਾਹੁੰਦਾ ਹੈ, ਸੰਸਾ ਵੀ ਅੰਦਰ ਹੈ, ਪਰ ਕਿਉਂਕਿ ਬਾਂਦਰ ਹੈ ਸਮਝ ਨਹੀਂ ਕਿ ਦਾਣਿਆਂ ਨੂੰ ਛੱਡਾਂ ਤੇ ਭੱਜ ਜਾਵਾਂ। ਦਿਸਦਾ ਵੀ ਕੋਈ ਆ ਰਿਹਾ ਹੈ ਪਰ ਦਾਣੇ ਵੀ ਨਹੀਂ ਛੱਡਣ ਚਾਹੁੰਦਾ। ਹੁਣ ਸਤਿਗੁਰੂ ਜੀ ਉੱਥੇ ਕਹਿੰਦੇ ਨੇ, ਸੰਸਾ ਛੁੱਟਣ ਕੋ ਸੰਸਾ ਪਰਿਆ ਮਨ ਬਉਰਾ ਰੇ,
ਨਾਚਿਓ ਘਰ ਘਰ ਬਾਰ, ਪਰ ਨਹੀਂ ਛੱਡਿਆ, ਸ਼ੰਕੇ ਵਿੱਚ ਰਹਿ ਗਿਆ ਤੇ ਘਰ ਘਰ ਅੱਗੇ ਜਾ ਕੇ ਨੱਚਣਾ ਪੈ ਗਿਆ। ਹੁਣ ਸਤਿਗੁਰੂ ਜੀ ਨੇ ਸਾਨੂੰ ਬੜੀਆਂ ਉਦਾਹਰਨਾਂ ਦਿੱਤੀਆਂ ਕਿ ਇਵੇਂ ਜੇ ਰੱਬ ਨੂੰ, ਗੁਰੂ ਨੂੰ ਛੱਡ ਕੇ, ਹਰ ਬੰਦਰਾਂ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਬੰਦਨਾ ਕੀਤੀ ਨਾ, ਤੇ ਇਸ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੇ ਜੰਮ ਨੇ ਨਾ, ਇਹਨਾਂ ਨੇ ਫੜ ਲੈਣਾ, ਇਹ ਬੰਧਨ ਤੈਨੂੰ ਪੈ ਜਾਣੇ ਨੇ। ਜੇ ਬੰਧਨਾਂ ਤੋਂ ਛੁੱਟਣਾ ਫਿਰ ਬੰਧਨਾ ਕਰ। ਹੁਣ ਬੰਧਨ ਤੇ ਬੰਧਨ ਬਸ ਇੱਕ ਦੱਦੇ ਤੇ ਤੱਦੇ ਦਾ ਹੀ ਫਰਕ ਹੈ। ਬੰਧਨਾ ਦੱਦੇ ਦੇ ਨਾਲ ਹੈ ਤੇ ਬੰਧਨ ਤੱਦੇ ਦੇ ਨਾਲ ਹੈ। ਜੇ ਰੱਬ ਨੂੰ ਬੰਧਨਾ ਨਾ ਕੀਤੇ ਫਿਰ ਬੰਨਣਾ ਵਿੱਚ ਪੈ ਜਾਏਗਾ, ਬੰਧਨਾਂ 'ਚ ਪੈ ਜਾਏਗਾ। ਔਰ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਕਹਿੰਦੇ ਨਿਹਫਲ ਤਿਨ ਕਾ ਜੀਵਿਆ, ਜੇ ਖਸਮ ਨਾ ਜਾਣੈ ਆਪਣਾ, ਅਵਰੇ ਕੋ ਚਿਤ ਲਾਏ। ਜਿਨ੍ਹਾਂ ਨੇ ਆਪਣੇ ਉਸ ਮਾਲਕ ਨੂੰ, ਪੈਦਾ ਕਰਨ ਵਾਲੇ ਨੂੰ ਜਾਣੇ ਨਹੀਂ, ਉਹਦੇ ਨਾਲ ਜਾਣ ਪਛਾਣ ਪਾਈ ਨਹੀਂ, ਉਹਨਾਂ ਦਾ ਜਿਉਣਾ ਵੀ ਵਿਅਰਥ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਜਿਉਣਾ ਕੇਵਲ ਵਿਅਰਥ ਨਹੀਂ, ਲਾਂਤੀ ਹੈ। ਔਰ ਲਾਂਤ ਵੀ ਐਸੀ ਪਾਈ ਕਿ ਜਦੋਂ ਗੁਰੂ ਸਾਹਿਬ ਦੀ ਇਸ ਬਾਣੀ ਨੂੰ ਸੁਣੀਏ, ਇਸ ਲਾਂਤ ਨੂੰ ਸੁਣੀਏ, ਤੇ ਸਾਨੂੰ ਸ਼ਰਮ ਤੇ ਆਉਣੀ ਚਾਹੀਦੀ ਹੈ। ਪਰ ਜਿਹੜਾ ਬੰਦਾ ਬੇਸ਼ਰਮ ਹੋ ਜਾਏ ਫਿਰ ਉਹਨੂੰ ਜੋ ਮਰਜ਼ੀ ਕਹੀ ਜਾਓ। ਜੇ ਸਾਡਾ ਜੀਵਨ ਨਹੀਂ ਨਾ ਬਦਲਿਆ ਔਰ ਖਿਮਾ ਕਰਨਾ, ਫਿਰ ਇਹ ਤੁਕਾਂ ਸਾਡੇ ਤੇ ਜ਼ਰੂਰ ਟੁਕਦੀਆਂ ਨੇ। ਇੰਨੇ ਸਾਲ ਹੋ ਗਏ ਗੁਰੂ ਸਾਹਿਬ ਦੀ ਬਾਣੀ ਪੜ੍ਹਦਿਆਂ ਨੂੰ, ਸੁਣਦਿਆਂ ਨੂੰ, ਜੇ ਅੰਦਰ ਬਦਲੀ ਨਹੀਂ ਆਈ ਤੇ ਧੰਨ ਗੁਰੂ ਅਮਰਦਾਸ ਜੀ ਨੂੰ ਉੱਥੇ ਕਿਰਪਾ ਕਰਕੇ ਬਚਨ ਕਹੇ ਨੇ। ਫਿਰ ਮਨ ਦੇ ਪਿੱਛੇ ਚੱਲਣ ਵਾਲਾ ਕੌਣ ਹੈ ਜੀ? ਕਹਿੰਦੇ ਮਨ ਮੁਖ ਮੈਲੀ ਕਾਮਣੀ, ਕਾਮਣੀ ਕਹਿੰਦੇ ਨੇ ਇਸਤਰੀ। ਹੁਣ ਇੱਕ ਇਸਤਰੀ ਦੇ ਕੇਵਲ ਉੱਥੇ ਉਦਾਹਰਣ ਦਿੱਤੀ। ਔਰ ਸਾਡੇ ਸਮਾਜ ਵਿੱਚ ਆਪਾਂ ਜਾਣਦੇ ਹਾਂ, ਜਿਹਦਾ ਆਚਰਣ ਠੀਕ ਨਾ ਹੋਵੇ ਉਹਨੂੰ ਫਿਰ ਸ਼ਬਦ ਕਿਵੇਂ ਦੇ ਵਰਤੇ ਜਾਂਦੇ ਨੇ। ਹੁਣ ਮੈਲੀ ਦੇ ਹੋਰ ਸ਼ਬਦ ਵੀ ਬਹੁਤ ਸਾਰੇ ਵਰਤੇ ਜਾਂਦੇ ਨੇ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਨ ਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ। ਇਹ ਸ਼ਬਦ ਉਹਦੇ ਵਾਸਤੇ ਵਰਤੇ ਜਾਂਦੇ ਨੇ ਨਾ ਜੀ। ਪਰ ਇੱਥੇ ਕਾਮਣੀ ਇਸਤਰੀ ਕਿਹੜੀ ਹੈ? ਜੀਵ ਰੂਪੀ ਇਸਤਰੀ। ਕਹਿੰਦੇ ਜਿਵੇਂ ਉਹਦੇ ਲਈ ਸ਼ਬਦ ਵਰਤੇ ਜਾਂਦੇ ਨੇ ਕਿ ਪਿਰ ਛੋਡਿਆ ਘਰ ਆਪਣਾ, ਪਰ ਪੁਰਖ ਹੈ ਨਾਲ ਪਿਆਰ। ਪਤੀ ਘਰ ਬੈਠਾ ਹੋਵੇ, ਪਿਆਰ ਕਿਸੇ ਹੋਰ ਪੁਰਖ ਨਾਲ ਹੋਵੇ, ਫਿਰ ਉਹਨੂੰ ਕਿਹਾ ਜਾਂਦਾ ਮੈਲੀ ਹੈ, ਕਾਮਣੀ ਹੈ ਜਿਹੜੀ, ਕੁਲੱਖਣੀ ਹੈ, ਕੁਨਾਰ ਹੈ। ਔਰ ਇੱਧਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ ਸਾਨੂੰ ਅਧਿਆਤਮਿਕ ਜੀਵਨ ਸਮਝਾਉਂਦੇ ਨੇ ਗੁਰੂ ਕੇ ਸਿੱਖਾ। ਇੱਥੇ ਪਤੀ ਜਿਹੜਾ ਤੇਰਾ ਗੁਰੂ ਹੈ, ਇੱਥੇ ਉਹ ਜਿਹੜੀ ਖਸਮ, ਜਿਹੜੀ ਨਾਰ ਹੈ, ਇਸਤਰੀ ਹੈ, ਉਹ ਜੀਵ ਰੂਪੀ ਇਸਤਰੀ ਤੂੰ ਹੈ। ਦੇਖ, ਪਤੀ ਤੇਰਾ ਗੁਰੂ ਤੇਰੇ ਬਿਲਕੁਲ ਘਰ ਦੇ ਨਾਲ ਕੰਧ ਲੱਗਦੀ ਹੋਵੇ, ਤੇਰੇ ਗੁਆਂਢ ਦੇ ਵਿੱਚ ਹੋਵੇ, ਗਲੀ ਮਹੱਲੇ ਦੇ ਵਿੱਚ ਹੋਵੇ, ਉੱਥੇ ਕਦੇ ਜਾ ਕੇ ਨਮਸਕਾਰ ਨਾ ਕੀਤੀ ਹੋਵੇ, ਤੇ ਫਿਰ 150 ਕਿਲੋਮੀਟਰ ਕੀ ਦੇਖਿਆ ਕਿ ਲੋਕੀ ਇੱਕ ਸਟੇਜ ਤੋਂ ਦੂਜੀ, ਤੀਜੀ, ਬੜੀ ਬੜੀ ਦੂਰ ਤੱਕ ਵੀ ਜਾਂਦੇ ਨੇ। ਵੀ ਗੁਰੂ ਦੇ ਹੋਈ ਹੈ ਨਾ ਜੀ। ਜੇ ਤੂੰ ਹਰਿਮੰਦਰ ਸਾਹਿਬ ਚਲਾ ਜਾਏਗਾ, ਹਜ਼ੂਰ ਸਾਹਿਬ ਚਲਾ ਜਾਏਗਾ, ਗੁਰੂ ਦੀ ਬਾਣੀ ਤਾਂ ਉਹੀ ਹੈ ਜੋ ਤੇਰੇ ਘਰ ਦੇ ਵਿੱਚ, ਤੇਰੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੇੜ ਹੈ, ਪ੍ਰਕਾਸ਼ ਹੈ। ਗੁਰੂ ਤੇ ਉਹੀ ਹੈ, ਬੋਲ ਵੀ ਉਹੀ ਨੇ। ਪਰ ਜੇ ਸੁਣਿਆ ਹੀ ਨਹੀਂ, ਕੇਵਲ ਦੇਹ ਧਾਰੀਆਂ ਦੇ ਪਿੱਛੇ ਲੱਗ ਕੇ ਭੁਲੇਖਾ ਪਾ ਕੇ ਤੁਰਿਆ ਫਿਰਿਆ, ਤੇ ਸਤਿਗੁਰੂ ਜੀ ਕਹਿੰਦੇ ਨੇ ਦੇਖ, ਪਿਰ ਛੋਡਿਆ ਘਰ ਆਪਣਾ, ਪਰ ਪੁਰਖ ਹੈ ਨਾਲ ਪਿਆਰ। ਬਿਲਕੁਲ ਸਾਡੀ ਹਾਲਤ ਉਸ ਤਰ੍ਹਾਂ ਦੀ ਹੈ। ਹੁਣ ਸਤਿਗੁਰੂ ਜੀ ਨੇ ਸਮਝਾਇਆ ਵੀ ਬੰਦਨਾ ਕਰਨੀ ਹੈ ਤੇ ਕੇਵਲ ਉਸ ਹਰੀ ਨੂੰ, ਪਰਮਾਤਮਾ ਨੂੰ, ਤੇ ਨਾਲ ਕਿਰਪਾ ਕੀਤੀ ਇਕੱਲੀ ਬੰਦਨਾ ਹੀ ਨਹੀਂ ਕਰੀ ਜਾਣੀ ਜਿਹੜੀ ਅਸੀਂ ਕਰਨੇ ਹਾਂ। ਇੱਕ ਥਾਂ ਤੇ, ਦੋ ਥਾਂ ਤੇ, ਚਾਰ ਥਾਵਾਂ ਤੇ, 10-20 ਥਾਵਾਂ ਤੇ ਬੰਦਨਾ ਤੇ ਅਸੀਂ ਕਰ ਦਿੱਤੀ, ਪਰ ਅਗਲਾ ਕੰਮ ਕਦੇ ਕੀਤਾ ਹੀ ਨਹੀਂ, ਨਾ ਕਰਨ ਦੇ ਯਤਨ ਕੀਤਾ। ਗੁਣ ਗਾਵੋ ਗੋਪਾਲ ਰਾਏ। ਹੁਣ ਸਾਨੂੰ ਲੱਗਦਾ ਕਿ ਗੁਣ ਗਾਉਣ ਵਾਸਤੇ ਹਾਰਮੋਨੀਅਮ ਸਿੱਖਣਾ ਪਏਗਾ ਤਾਂ ਗਾਏ ਜਾਣਗੇ। ਭੁਲੇਖਾ ਪੈਂਦਾ ਹੈ ਨਾ ਜੀ। ਗੁਣ ਗਾਉਣ ਦਾ ਭਾਵ ਕੀ ਹੈ?
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਸਮਝਾਉਂਦੇ ਨੇ ਰੱਬ ਦੇ ਗੁਣ ਕਿਵੇਂ ਗਾਉਣੇ ਨੇ ਜੀ। ਸ਼ਬਦ ਦਾ ਕੀਰਤਨ ਕਰਨਾ, ਰਾਗਾਂ ਵਿੱਚ ਗਾਉਣਾ ਗੱਲ ਕੁਝ ਹੋਰ ਹੈ, ਪਰ ਰੱਬ ਦੇ ਗੁਣਾਂ ਨੂੰ ਗਾਉਣਾ ਸਤਿਗੁਰੂ ਜੀ ਕਹਿੰਦੇ ਨੇ ਇਹ ਜ਼ਰੂਰੀ ਨਹੀਂ ਕਿ ਤੂੰ ਹਾਰਮੋਨੀਅਮ ਸਿੱਖੇ, ਤਬਲਾ ਸਿੱਖੇ ਤਾਂ ਹੀ ਗੁਣ ਗਾਏ ਜਾਣਗੇ। ਤੂੰ ਆਪਣੇ ਸਰੀਰ ਵੱਲੋਂ ਵੇਖ ਵੇਖ ਕੇ ਗੁਣ ਗਾ ਕਿ ਰੱਬ ਨੇ ਕਿੰਨੀ ਕਿਰਪਾ ਕੀਤੀ, ਇਹ ਸਰੀਰ ਕਿਹੜੇ ਢੰਗ ਨਾਲ ਬਣਾਏ, ਇਹ ਰੱਬ ਦਾ ਗੁਣ ਹੀ ਹੈ। ਆਪਣੇ ਘਰ ਪਰਿਵਾਰ ਵੱਲ ਵੇਖ, ਇਹ ਰੱਬ ਦੇ ਗੁਣ ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਹੈ। ਜਿੱਥੇ ਅੱਜ ਕਹਿ ਰਹੇ ਨੇ ਕਿ ਗੁਣ ਗਾਵੋ ਗੋਪਾਲ ਰਾਏ, ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਰਮਈਆ ਕੇ ਗੁਣ ਕਿਵੇਂ ਚੇਤਨੇ ਨੇ ਜੀ, ਕਿਵੇਂ ਗਾਉਣੇ ਨੇ? ਕਹਿੰਦੇ ਫਿਰ ਆਪਣੇ ਸਰੀਰ ਵੱਲੋਂ ਵੇਖ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਣ ਮਹਿ ਜਿਨੇ ਉਭਾਰਿਆ। ਇਹ ਰੱਬ ਦੇ ਗੁਣ ਨੇ। ਗਰਭ ਦੇ ਅੱਗ ਵਿੱਚੋਂ ਬਚਾ ਕੇ ਰੱਖਿਆ, ਤੇਰੇ ਸਰੀਰ ਨੂੰ ਸਾਜਿਆ ਸਵਾਰਿਆ ਬਣਾਇਆ, ਇਹ ਰੱਬ ਦੇ ਗੁਣ ਨੇ। ਔਰ ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਦੇ ਗੁਣ ਗਾ ਵਿਚਾਰ ਕਿ ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਜੇ ਇਹ ਸਾਰਾ ਕੁਝ ਮਿਲ ਰਿਹਾ ਤੇ ਰੱਬ ਦੇ ਗੁਣ ਨੇ। ਦੁੱਧ ਤੂੰ ਮੰਗਿਆ ਤੇ ਨਹੀਂ ਸੀ ਕਿ ਮੈਨੂੰ ਦੁੱਧ ਦੇ, ਔਰ ਮਾਂ ਕਿਤੇ ਨਾ ਕਿਤੇ ਭਾਵੇਂ ਉਲਾਂਭਾ ਦੇ ਹੀ ਦੇਵੇ, ਨਕੰਮੀ ਔਲਾਦ ਨਿਕਲੇ ਤੇ ਉਲਾਂਭਾ ਦਿੰਦੇ ਨੇ ਤੈਨੂੰ ਦੁੱਧ ਪਿਆਇਆ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਦੁੱਧ ਵੀ ਅਸਲ ਪਰਮੇਸ਼ਰ ਨੇ, ਰੱਬ ਨੇ ਬਣਾਏ ਉਹਦੇ ਵਾਸਤੇ ਸੀ। ਬਾਤ ਤੇਰੇ ਕੋਲ ਪਹਿਲੋਂ ਹੈ ਵੀ ਨਹੀਂ ਸੀ। ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਹੁਣ ਉਹਦੇ ਗੁਣ ਗਾਉਣੇ ਨੇ। ਬਜ਼ੁਰਗ ਹੋ ਗਿਆ, ਜੇ ਤੈਨੂੰ ਮੰਜੇ ਤੇ ਪਏ ਹੋਏ ਨੂੰ ਪ੍ਰਸ਼ਾਦਾ ਮਿਲਦਾ ਹੈ, ਪਾਣੀ ਮਿਲਦਾ ਹੈ, ਤੇ ਅੱਜ ਦਾ ਜਿਹੜਾ ਸਮਾਂ ਹੈ ਬੜੀ ਵੱਡੀ ਭਾਗ ਕਹਿ ਲਈਏ ਕਿ ਜੇ ਮਿਲਦਾ ਹੈ। ਨਹੀਂ ਤੇ ਬਿਰਧ ਆਸ਼ਰਮ ਬੜੇ ਖੁੱਲੇ ਹੋਏ ਨੇ। ਸਤਿਗੁਰੂ ਕਹਿੰਦੇ ਜੇ ਮਿਲਦਾ ਤੇ ਉਸ ਰੱਬ ਨੂੰ ਸ਼ੁਕਰ ਕਰ, ਉਹਦੇ ਗੁਣਾਂ ਨੂੰ ਗਾ। ਬਿਰਧ ਭਇਆ ਉਪਰ ਸਾਗ ਸੈਣ, ਮੁਖ ਅਪਿਆਉ ਬੈਠ ਕੋ ਦੈਣ। ਪਰ ਅਖੀਰ ਤੇ ਸਾਡੇ ਤੇ ਤਰਸ ਵੀ ਕਰਦੇ ਨੇ। ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਸੂਝੈ। ਇਹਨੂੰ ਸਮਝ ਨਹੀਂ ਆਉਂਦੀ ਕਿ ਰੱਬ ਦੇ ਗੁਣ ਨੇ, ਕਿਉਂਕਿ ਇਹਦੇ ਕੋਲ ਆਪਣੇ ਕੋਲ ਗੁਣ ਕੋਈ ਨਹੀਂ ਨਾ। ਅਖੀਰ ਤੇ ਸਤਿਗੁਰੂ ਜੀ ਬੇਨਤੀ ਕਰਕੇ ਸਾਨੂੰ ਸਮਝਾਉਂਦੇ ਵੀ ਨੇ ਕਿ ਰੱਬ ਦੇ ਅੱਗੇ, ਗੁਰੂ ਦੇ ਅੱਗੇ ਅਰਦਾਸ ਕਰ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਸਮਝਾ ਦਿਓ। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸਿਜੈ। ਹੁਣ ਸਤਿਗੁਰੂ ਕਹਿੰਦੇ ਨੇ ਗੁਣ ਗਾ ਭਾਈ। ਜੇ ਗੁਣਾਂ ਦੀ ਸਮਝ ਨਹੀਂ ਆਉਂਦੀ ਫਿਰ ਗੁਰੂ ਤੋਂ ਪੁੱਛ, ਗੁਣਾਂ ਨੂੰ ਗਾਉਣਾ ਕਿਵੇਂ ਹੈ। ਗੁਣ ਗਾਓ ਗੋਪਾਲ ਰਾਏ, ਰਹਾਓ ਵੱਡਾ ਭਾਗ ਭੇਟੇ ਗੁਰਦੇਵਾ। ਹੁਣ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਵੱਡੇ ਭਾਗਾਂ ਕਰਕੇ ਭੇਟੇ ਦਰ ਤੱਕ ਮਿਲਿਆ, ਜਾਂ ਆਪਾਂ ਕਹਿ ਲਈਏ, ਆਪਾਂ ਜਿਹੜੇ ਸ਼ਬਦ ਵਰਤਨੇ ਦਰਸ਼ਨ ਕੀਤੇ, ਕਹਿੰਦੇ ਗੁਰਦੇਵਾ, ਗੁਰੂ ਦੇ ਵੱਡੇ ਭਾਗਾਂ ਕਰਕੇ ਗੁਰੂ ਮਿਲਿਆ। ਤੇ ਜਦੋਂ ਗੁਰੂ ਮਿਲਿਆ ਫਿਰ ਜੀਵਨ ਵਿੱਚ ਬਦਲੀ ਕੀ ਆਈ? ਕਹਿੰਦੇ ਕੋਟ ਅਪਰਾਧ ਮਿਟੇ ਹਰ ਸੇਵਾ। ਗੁਰੂ ਦੇ ਦੱਸੀ ਹੋਈ, ਪਰਮੇਸ਼ਰ ਦੀ ਦੱਸੀ ਹੋਈ ਸੇਵਾ ਕਰਕੇ ਕਰੋੜਾਂ ਹੀ ਅਪਰਾਧ, ਅਪਰਾਧ ਪਾਪ ਅੰਦਰੋਂ ਮਿਟ ਗਏ। ਅੰਦਰੋਂ ਉਹ ਜਿਹੜਾ ਜ਼ਹਿਰ ਸੀ ਅੰਦਰੋਂ ਖਤਮ ਹੋ ਗਿਆ। ਦੇਖੋ ਸਤਿਗੁਰੂ ਜੀ ਨੇ ਜਿੱਥੇ ਸਾਨੂੰ ਸਮਝਾਇਆ, ਗੁਰੂ ਦੇ ਗੁਣ ਗਾ ਕੇ ਸਾਡੇ ਜੀਵਨ ਵਿੱਚ ਬਦਲਾਅ ਕੀ ਹੈ। ਸਤਿਗੁਰੂ ਦਾ ਇੱਕ ਪਾਵਨ ਬਚਨ ਆਪਾਂ ਭੱਟਾਂ ਦੇ ਸੋਈਆਂ ਵਿੱਚ ਪੜ੍ਹਦੇ ਹਾਂ, ਕੱਚੋ ਕੰਚਨ ਭਇਓ। ਜਦੋਂ ਗੁਣਾਂ ਨੂੰ ਗਾਇਆ, ਕੱਚ ਦੀ ਕੀਮਤ ਕੋਈ ਨਹੀਂ, ਪਰ ਕੱਚ ਤੋਂ ਜਦੋਂ ਕੰਚਨ ਹੋ ਜੇ, ਸੋਨਾ ਹੋ ਜੇ, ਤੇ ਸੋਨੇ ਦੀ ਕੀਮਤ ਤੇ ਆਪਾਂ ਜਾਣਨੀ ਹੈ ਨਾ ਜੀ। ਇਹ ਜੀਵਨ ਜਿਹੜਾ ਕੱਚ ਦੀ ਤਰ੍ਹਾਂ ਸੀ, ਬਿਲਕੁਲ ਕਿਸੇ ਕੰਮ ਦਾ ਨਹੀਂ ਸੀ। ਜਦੋਂ ਗੁਣਾਂ ਨੂੰ ਗਾਇਆ,
ਇਹ ਸੋਨੇ ਵਰਗਾ ਕੀਮਤੀ ਬਣ ਗਿਆ। ਇਹਨੂੰ ਸਮਝ ਲੱਗ ਗਈ ਕਿ ਜਿਹੜਾ ਗੁਰੂ ਸਾਹਿਬ ਜੀ ਨੇ ਕਿਹਾ ਮਾਨਸ ਜਨਮ ਦੁਲਾਂਭੇ ਬੜਾ ਕੀਮਤੀ ਹੈ। ਕੱਚੋ ਕੰਚਨ ਭਇਓ ਪਰ ਕਦੋਂ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਪਰ ਇਹ ਸ਼ਬਦ ਅਸੀਂ ਸੁਣਨ ਦਾ ਕਿੰਨਾ ਕੁ ਯਤਨ ਕੀਤਾ ਜੀ। ਅਖੰਡ ਪਾਠ ਸਾਹਿਬ ਤੇ ਰਖਵਾ ਲਿਆ, ਲੜੀ ਚੱਲਦੀ ਹੈ, ਪਰ ਕਿੰਨਾ ਕੁ ਸੁਣਿਆ ਜੀ। 5 ਪੌੜੀਆਂ ਜਪਜੀ ਸਾਹਿਬ ਦੀਆਂ ਮੁਸ਼ਕਿਲ ਨਾਲ ਸੁਣੀਆਂ। ਭੋਗ ਦੇ ਸ਼ਲੋਕਾਂ ਤੇ ਆਉਣਾ ਬੜੀ ਮੁਸ਼ਕਿਲ, ਟਾਈਮ ਨਹੀਂ ਲੱਗਦਾ, ਤਿਆਰ ਹੋਣ ਤੇ ਟਾਈਮ ਲੱਗ ਜਾਂਦਾ ਕਿ ਸ਼ਲੋਕ ਵੀ ਪੜ੍ਹੇ ਗਏ ਫਿਰ ਹੀ ਪਹੁੰਚਿਆ ਗਿਆ, ਫਿਰ ਸੁਣਨੇ ਬਣ ਜਾਂਗੇ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ। ਗੁਰੂ ਨੇ ਗੁਰੂ ਦੇ ਦੱਸੀ ਹੋਈ ਸੇਵਾ ਜਦੋਂ ਕੀਤੀ, ਅੰਦਰ ਵਿੱਚ ਤਬਦੀਲੀ ਕੀ ਆਈ। ਹੁਣ ਫਿਰ ਸਤਿਗੁਰੂ ਜੀ ਕਹਿੰਦੇ ਨੇ ਅਰਦਾਸ ਕਰ, ਚਰਨ ਕਮਲ ਜਾ ਕਾ ਮਨ ਰਾਪੈ। ਜਿਨ੍ਹਾਂ ਦਾ ਰਾਪੇ ਦਾ ਅਰਥ ਰੰਗਿਆ ਗਿਆ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਰੰਗਿਆ ਗਿਆ, ਮੰਨ ਗਿਆ। ਸੋਗ ਅਗਣ ਤਿਸ ਜਨ ਨਾ ਬਿਆਪੈ। ਉਹਨਾਂ ਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਨਾ ਸੋਗ ਦੀ ਅੱਗ ਵਿਆਪ ਸਕਦੀ ਹੈ, ਨਾ ਉਹਨਾਂ ਨੂੰ ਦੁੱਖ ਪੋ ਸਕਦਾ, ਨਾ ਉਹਨਾਂ ਨੂੰ ਸੁੱਖ ਪੋ ਸਕਦਾ ਹੈ। ਸਾਗਰ ਤਰਿਆ ਸਾਧੂ ਸੰਗੇ। ਇਹ ਸੰਸਾਰ ਸਮੁੰਦਰ ਗੁਰੂ ਸਾਹਿਬ ਜੀ ਕਹਿੰਦੇ ਫਿਰ ਆਪਣੇ ਆਪ ਨਹੀਂ ਤਰਿਆ ਜਾਣਾ, ਸਾਧੂ ਸੰਗੇ। ਗੁਰੂ ਦੇ ਸੰਗਤ ਵਿੱਚ ਮਿਲ ਕੇ ਇਸ ਭਵ ਸਾਗਰ ਨੂੰ ਤਰ ਸਕੀਦਾ ਹੈ, ਉਹ ਤਰ ਜਾਂਦੇ ਨੇ। ਤੇ ਕਿਵੇਂ ਤਰਨਾ ਹੈ ਜੀ? ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ। ਉਹ ਜਿਹੜੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਹੈ ਨਾ, ਕੇਵਲ ਗਾਉਣਾ ਹੀ ਨਹੀਂ, ਉਹ ਗੁਣ ਆਪਣੇ ਅੰਦਰੋਂ ਪ੍ਰਗਟ ਵੀ ਕਰਨੇ ਨੇ, ਆਪ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ। ਨਿਰਭਉ ਨਾਮ ਜਪੋ। ਹੁਣ ਇਹ ਨਿਰਭਉ ਕੀ ਹੈ ਜੀ? ਰੱਬ ਦਾ ਗੁਣ। ਤੇ ਇਹ ਨਿਰਭਉ ਜਿਹੜਾ ਮੂਲ ਮੰਤਰ ਵਿੱਚ ਆਪਾਂ ਪੜ੍ਹਦੇ 8 ਗੁਣ ਗੁਰੂ ਸਾਹਿਬ ਨੇ ਦੱਸੇ ਰੱਬ ਦੇ, ਇਹਨਾਂ ਨੂੰ ਬਾਰ-ਬਾਰ ਕਹਿੰਦੇ ਨਹੀਂ ਪੜ੍ਹਨਾ ਹੈ। ਇਹ ਗੁਰੂ ਨੂੰ ਸੁਣਾਉਣ ਵਾਸਤੇ ਪੜ੍ਹਨਾ ਹੈ ਕਿ ਰੱਬ ਨੂੰ ਸੁਣਾਉਣ ਵਾਸਤੇ? ਇਹ ਨਿਰਭਉ ਬਾਰ-ਬਾਰ ਕਹਿੰਦੇ ਨਹੀਂ ਪੜ੍ਹਨਾ ਹੈ ਜੀ। ਨਾ ਗੁਰੂ ਵਾਸਤੇ ਪੜ੍ਹਨਾ, ਨਾ ਰੱਬ ਵਾਸਤੇ ਪੜ੍ਹਨਾ ਹੈ, ਆਪਣੇ ਵਾਸਤੇ ਪੜ੍ਹਨਾ ਹੈ। ਤੇ ਕੇਵਲ ਪੜ੍ਹਨਾ ਥੋੜ੍ਹੀ ਹੈ, ਨਿਰਭਉ ਹੋਣਾ ਵੀ ਤਾਂ ਹੈ ਨਾ ਭਾਈ। ਇਹ ਵੀਰਵਾਰ ਸ਼ਨੀਵਾਰ ਮੰਗਲ ਵਾਲੇ ਜਿਹੜੇ ਸਾਡੇ ਅੰਦਰੋਂ ਤੇ ਇਹ ਛੋਟੇ ਛੋਟੇ ਵਹਿਮ ਭਰਮ, ਇਹ ਡਰ ਨਹੀਂ ਨਿਕਲੇ। ਤੇ ਜੇ ਨਿਰਭਉ ਅਸੀਂ ਹੋਏ ਹੀ ਨਹੀਂ, ਇਹਦਾ ਮਤਲਬ ਅਸੀਂ ਉੱਤੋਂ ਪੜ੍ਹਿਆ ਤੇ ਭਾਵੇਂ ਬੜਾ ਹੋਵੇਗਾ, ਮਾਲਾ ਤੇ ਬੜੀਆਂ ਫੇਰੀਆਂ ਹੋਣਗੀਆਂ, ਪਰ ਸਾਨੂੰ ਉਹ ਪੜ੍ਹਨਾ ਆਇਆ ਹੀ ਨਹੀਂ। ਨਿਰਭਉ ਨਾਮ ਜਪੋ ਹਰ ਰੰਗੇ। ਹਰੀ ਦੇ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਉਹਦੇ ਨਾਮ ਨੂੰ ਜਪੋ, ਨਿਰਭਉ ਹੋ ਜਾਓਗੇ। ਤੇ ਜਦੋਂ ਨਿਰਭਉ ਹੋ ਜੇ, ਗੁਰੂ ਸਾਹਿਬ ਜੀ ਕਹਿੰਦੇ ਨੇ ਪਾਰ ਧਨ ਦੋਖ ਕਿਛ ਪਾਪ ਨਾ ਫੇੜੇ। ਫੇੜੇ ਦਾ ਅਰਥ ਹੁੰਦਾ ਮਾੜੇ ਕਰਮ। ਕਿਹੜੇ ਕਿਹੜੇ ਮਾੜੇ ਕਰਮ ਜੀ? ਪਰ ਧਨ, ਪਰਾਇਆ ਧਨ, ਜਿਹਨੂੰ ਪਰਾਇਆ ਹੱਕ ਕਹਿੰਦੇ ਹਨ, ਇਹ ਦੋਖ ਤੈਨੂੰ ਕਦੇ ਨਹੀਂ ਲੱਗੇਗਾ। ਹੋਰ ਜਿਹੜੇ ਮਾੜੇ ਕਰਮਾਂ ਵਾਲੇ ਪਾਪ ਨੇ ਤੇਰੇ ਨੇੜੇ ਨਹੀਂ ਆਉਣਗੇ। ਜਦੋਂ ਤੂੰ ਨਿਰਭਉ ਹੋ ਗਿਆ, ਉਹਨੂੰ ਜਪਦਾ ਜਪਦਾ ਉਹਦਾ ਰੂਪ ਹੋ ਜਾਏਗਾ। ਔਰ ਸਤਿਗੁਰੂ ਜੀ ਕਹਿੰਦੇ ਨੇ ਕੇਵਲ ਮਾੜੇ ਕਰਮ ਹੀ ਨਹੀਂ, ਜਮ ਜੰਧਾਰ ਨਾ ਆਵੇ ਨੇੜੇ। ਜਮ ਵੀ ਤੇਰੇ ਨੇੜੇ ਨਹੀਂ ਆਉਣਗੇ। ਵੈਸੇ ਤਾਂ ਗੁਰਬਾਣੀ ਨੇ ਇਹ ਜਿਹੜੇ ਕਾਮ ਕ੍ਰੋਧ ਆਦਿਕ ਨੇ, ਇਹਨਾਂ ਨੂੰ ਹੀ ਜਮ ਕਿਹਾ ਹੈ। ਪਰ ਇੱਕ ਜਮ ਮਨੋਦ ਹੈ ਕਿ ਮਰਨ ਵੇਲੇ ਕੋਈ ਆਉਂਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਬੇਸ਼ੱਕ ਹੋਣਗੇ, ਪਰ ਤੂੰ ਨਿਰਭਉ ਨੂੰ ਜਪ ਕੇ ਇਹਨਾਂ ਕੋ ਨਿਰਭਉ ਹੋ ਜਾ, ਤੇਰੇ ਨੇੜੇ ਆਉਣਗੇ ਨਹੀਂ। ਜਮ ਜੰਧਾਰ ਨਾ ਆਵੇ ਨੇੜੇ। ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਣਾਂ ਨੂੰ ਗਾਇਆ, ਫਿਰ ਮੇਰੇ ਗੁਰੂ ਨੇ ਕਿਰਪਾ ਕੀ ਕੀਤੀ ਕਿ ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ। ਇਹ ਤ੍ਰਿਸ਼ਨਾ ਬੁਝਦੀ ਨਹੀਂ। ਇਹ ਤੇ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ, ਜਿਹੜਾ ਤ੍ਰਿਸ਼ਨਾ ਦੇ ਵਿੱਚ ਫਸ ਜੇ ਨਾ, ਸਹਿਜ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਪਰ ਗੁਰੂ ਨੇ ਆਪ ਕਿਰਪਾ ਕਰਕੇ ਅੰਦਰੋਂ ਤ੍ਰਿਸ਼ਨਾ ਵੀ ਬੁਝਾ ਦਿੱਤੀ। ਅਖੀਰ ਤੇ ਫਿਰ ਬੇਨਤੀ ਕਰਦੇ ਨੇ, ਨਾਨਕ ਉਧਰੇ ਪ੍ਰਭ ਸ਼ਰਨ ਆਈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਉਧਰੇ ਪਾਰ ਹੋ ਗਏ। ਕੌਣ?
ਕਹਿੰਦੇ ਪ੍ਰਭ ਸ਼ਰਣਾਈ, ਜਿਹੜੇ ਗੁਰੂ ਦੀ ਸ਼ਰਨ ਵਿੱਚ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਜਿਨ੍ਹਾਂ ਨੇ ਹਰੀ ਨੂੰ ਬੰਦਨਾ ਕਰ ਦਿੱਤੀ, ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਫੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ, ਸ਼ਬਦੋ ਤਗਾਵੋ ਹਰਿ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰੋ ਕਰ ਤੇਰਾ ਕਾਰਜ। ਸਭਨਾ ਗਲਾ ਸਮਰੱਥ ਸੁਆਮੀ ਸੋਖਿਓ। ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ। ਸਦਾ ਸਿਫਤ ਸਾਡਾ ਤੇਰੇ ਨਾਮ ਮਨ, ਨਾਮ ਜਿਨ ਕੈ ਮਨ ਵਸਿਆ ਵਾਜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰ ਤੇਰਾ ਸਾਚਾ ਨਾਮ ਮੇਰਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ, ਗੁਰੂ ਵਿਟੋਂ ਜਿਹਦੀਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ, ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਧ ਜਿਨ ਪੋਸੇ ਨਾਮ ਹਰਿ ਕੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੇ ਸੰਤ ਸਾਜਣ ਭਏ ਸਰਸੇ। ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬੇਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰੂ ਰਹਿਆ ਬੇਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।